प्यारे दर्शकों, पंजाबनामा शो दे विच तुहाडा स्वागत है। इस शो दे विच अज साडे नाल पंजाब हरियाणा हाई कोर्ट के सीनियर वकील हरचंद सिंह बाट मुख मेहमान होंगे। उन्हां नाल कुछ विषयां दे उपर गल करांगे। पहला हैगा कि जो कुछ कल राज सभा दे विच होया ते उस मुद्दे नूं लैके उप राष्ट्रपति वैंकैया नायडू ने एक भावुक अपील की है। की इस भावुक अपील का ਜਿਹੜੇ ਮੈਂਬਰ ਆ ਉਹਨਾਂ 'ਤੇ ਕੋਈ ਅਸਰ ਪਏਗਾ, ਕੋਈ ਰੰਗ ਦਿਖਾਏਗੀ ਉਹਨਾਂ ਦੀ ਅਪੀਲ। ਦੂਜਾ ਮਾਮਲਾ ਹੈਗਾ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਨੇ ਸੁੱਚਾ ਸਿੰਘ ਲਗਾ, ਉਹ ਵਾਰ-ਵਾਰ ਅਕਾਲ ਤਖਤ 'ਤੇ ਜਾ ਰਹੇ ਆ। ਉਹਨਾਂ ਦੀ ਅਰਜ਼ੋਈ ਨੂੰ ਅਕਾਲ ਤਖਤ ਮਾਨਤਾ ਦੇਵੇਗਾ। ਉਹਨਾਂ ਦੀ ਜਿਹੜਾ ਸਿੱਖ ਪੰਥ ਤੋਂ ਛੇਕਿਆ ਗਿਆ ਉਹਨਾਂ ਦੀ ਬਹਾਲੀ ਹੋਏਗਾ। ਇਸ ਦੇ ਨਾਲ ਹੀ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ, ਉਹਨਾਂ ਨੇ ਆਪਣੇ 4 ਸਲਾਹਕਾਰ ਨਿਯੁਕਤ ਕੀਤੇ ਨੇ। ਉਹਨਾਂ ਦਾ ਕੀ ਇੰਪੈਕਟ ਪਏਗਾ, ਇਹਨਾਂ 3 ਮੁੱਦਿਆਂ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ। ਬਾਠ ਸਾਹਿਬ, ਪਹਿਲਾਂ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ ਕਿ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਜੋ ਭਾਵੁਕ ਅਪੀਲ ਕੀਤੀ ਉਹਦਾ ਕੋਈ ਅਸਰ ਹੋਏਗਾ? ਜੰਮੂ ਸਾਹਿਬ, ਪਹਿਲਾਂ ਤਾਂ ਮੈਂ ਦੱਸ ਦਵਾਂ ਕਿ ਜਿਹੜੀ ਰਾਜਨੀਤੀ ਆ ਜਾਂ ਜਿਹੜੀ ਸਿਆਸਤ ਹੁੰਦੀ ਹੈ ਨਾ, ਉਹਦੇ ਵਿੱਚ ਭਾਵੁਕਤਾ ਦੀ ਕੋਈ ਬਹੁਤੀ ਜਗ੍ਹਾ ਨਹੀਂ ਹੁੰਦੀ। ਇਹ ਜਿਹੜੀ ਰਾਜਨੀਤੀ ਆ ਨਾ ਭਾਵੁਕ ਹੋਣ ਦੀ, ਇਹ ਸ਼ਾਇਦ ਪਹਿਲੀ ਵਾਰ ਮਿਸਟਰ ਮੋਦੀ ਨੇ ਸ਼ੁਰੂ ਕੀਤੀ ਹੈ ਕਿ ਪਾਰਲੀਮੈਂਟ ਵੀ ਆ ਕੇ ਕਿਤੇ ਜਿਹੜਾ ਵਾ ਉਹਨਾਂ ਨੇ ਰੋਣ ਲੱਗ ਜਾਣਾ, ਅੱਖਾਂ ਦੇ ਵਿੱਚੋਂ ਅਥਰੂ ਜਿਹੜੇ ਆ ਉਹ ਸੁੱਟਣ ਲੱਗ ਜਾਣਾ, ਕਈ ਵਾਰ ਕਿਤੇ ਹੋਰ ਭਾਸ਼ਣ ਕਰਦੇ ਆ, ਇਹੋ ਜਿਹੇ ਜਿਹੜੇ ਆ ਉਹ ਐਕਸ਼ਨ ਕਰਨੇ। ਇਹ ਜਿਹੜੇ ਐਕਸ਼ਨ ਹੈ ਨਾ, ਇਹੋ ਜਿਹੇ ਜਿਹੜੇ ਕੰਮ ਹੈ, ਇਹਨੂੰ ਤੁਸੀਂ ਕਿਸੇ ਤਰ੍ਹਾਂ ਦੇ ਵੀ ਅਥਰੂ ਤਾਂ ਉਹ ਕਹਿ ਸਕਦੇ ਹੋ, ਪਰ ਇਹ ਜਿਹੜਾ ਮਸਲੇ ਦਾ ਜਿਹੜਾ ਹੱਲ ਹੈ, ਜਿਹੜੇ ਇਸ਼ੂਜ਼ ਸਾਡੇ ਸਾਹਮਣੇ ਨੇ, ਉਹਨਾਂ ਇਸ਼ੂਜ਼ ਨੂੰ ਹੱਲ ਕਰਨ ਵੱਲ ਕੋਈ ਕਦਮ ਨਹੀਂ ਗਾ। ਜਿਹੜੀ ਭਾਵੁਕਤਾ ਇਹਨਾਂ ਨੇ ਅੱਜ ਰਾਜ ਸਭਾ ਦੇ ਵਿੱਚ ਨਾਇਡੂ ਸਾਹਿਬ ਨੇ ਦਿਖਾਈ ਆ, ਨਾਇਡੂ ਸਾਹਿਬ ਜਿੱਥੋਂ ਤੱਕ ਮੇਰੀ ਜਾਣਕਾਰੀ ਆ, ਉਹ ਸਮਝੇ ਜਾਂਦੇ ਨੇ ਕਿ ਬੜੇ ਸਿਆਣੇ ਔਰ ਬੜੇ ਤਜਰਬੇਕਾਰ ਸਿਆਸਤਦਾਨ ਰਹੇ ਨੇ, ਜੋ ਵੱਖਰੇ ਵੱਖਰੇ ਮਿਨਿਸਟਰੀਆਂ ਦੇ ਵਿੱਚ ਵੀ ਰਹੇ ਨੇ, ਹੋਰ ਸੀਨੀਅਰ ਆਗੂ ਪਾਰਟੀ ਦੇ ਵੀ ਰਹੇ ਨੇ। ਹੁਣ ਸਵਾਲ ਇਹ ਹੈ ਕਿ ਕੀ ਭਾਵੁਕਤਾ ਸਿਰਫ ਤੇ ਸਿਰਫ ਵਿਰੋਧੀ ਪਾਰਟੀਆਂ ਨੂੰ ਦੱਸਣ ਦੇ ਲਈ ਹੈ ਜਾਂ ਲੋਕਾਂ ਨੂੰ ਜਿਹੜੀ ਕੋਈ ਸੰਦੇਸ਼ ਦੇਣ ਦੇ ਲਈ ਹੈ? ਇਸ ਸੈਸ਼ਨ ਦੇ ਵਿੱਚ ਜਦੋਂ ਦਾ ਸੈਸ਼ਨ ਸ਼ੁਰੂ ਹੋਇਆ, ਸਾਰੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਲਗਾਤਾਰ ਇੱਕ ਆਵਾਜ਼ ਦੇ ਵਿੱਚ ਮੰਗ ਕਰ ਰਹੀਆਂ ਨੇ। ਮੇਨਲੀ ਹੋਰ ਵੀ ਇਸ਼ੂਜ਼ ਨੇ, ਮੇਨਲੀ 2 ਇਸ਼ੂ ਦੇ ਉੱਤੇ। ਇੱਕ ਤਾਂ ਜਿਹੜੇ ਕਿਸਾਨਾਂ ਦੇ ਸਬੰਧ ਦੇ ਵਿੱਚ ਜਿਹੜੇ ਪਿੱਛੇ ਕਾਲੇ ਬਾਠ ਸਾਹਿਬ 3 ਇਸ਼ੂ ਨੇ। ਇੱਕ ਜਸੂਸੀ ਕਾਂਡ ਹੈ, ਦੂਜਾ ਤੇ ਕਿਸਾਨਾਂ ਦੇ 3 ਮੁੱਦੇ ਨੇ, ਤੇ ਤੀਜਾ ਮਹਿੰਗਾਈ। 3 ਮੁੱਦਿਆਂ ਦਾ ਕਾਫੀ। ਹਾਂਜੀ, ਇਹੀ ਆ ਰਿਹਾ। ਮਹਿੰਗਾਈ ਤਾਂ ਜਿਹੜਾ ਵਾ ਨਾ ਜੰਮੂ ਸਾਹਿਬ, ਉਹ ਕੋਈ ਨਵਾਂ ਮੁੱਦਾ ਨਹੀਂ ਗਾ। ਕੋਈ ਵੀ ਸਰਕਾਰ ਰਹੀ ਹੋਵੇ, ਚਾਹੇ ਜਨਤਾ ਦਲ ਦੀ ਰਹੀ ਹੋਵੇ, ਚਾਹੇ ਪਹਿਲਾਂ ਵਾਜਪਾਈ ਦੀ ਸਰਕਾਰ ਰਹੀ ਹੋਵੇ, ਜਦੋਂ ਗੰਢੇ ਪਿਆਜ਼ ਹੀ ਜਿਹੜੇ ਇੰਨੇ ਜ਼ਿਆਦਾ ਮਹਿੰਗੇ ਹੋ ਗਏ ਸੀ ਕਿ ਉਹਦੀ ਸਰਕਾਰ ਤੇ ਜਿਹੜਾ ਵਾ ਉਹ ਉੱਡ ਗਈ ਸੀ ਅਗਲੀ ਇਲੈਕਸ਼ਨਾਂ ਦੇ ਵਿੱਚ। ਮਹਿੰਗਾਈ ਦਾ ਜਿਹੜਾ ਨਾ, ਇਹ ਤਾਂ ਸਦਾ ਬਹਾਰ ਜਿਹੜਾ ਵਾ ਮੁੱਦਾ ਰਿਹਾ ਵਾ, ਤੇ ਉਹ ਜਿਹੜਾ ਸੀਜ਼ਨ ਹਰ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਜਿਹੜੀ ਆ ਇਹਨਾਂ ਮਸਲਿਆਂ ਨੂੰ ਉਠਾਉਂਦੀ ਰਹੀ ਹੈ। ਮੈਂ ਨਹੀਂ ਕਹਿੰਦਾ ਕਿ ਮੁੱਦਾ ਨਹੀਂ ਹੈ। ਜਿੱਥੋਂ ਤੱਕ ਦੇਖੋ ਤੁਸੀਂ, ਹੁਣ ਪੈਟਰੋਲ ਤੇ ਡੀਜ਼ਲ ਦਾ ਜੋ ਕੀਮਤਾਂ ਦੇ ਵਿੱਚ ਹੈ, ਹਰ ਦਿਨ ਹਰ ਰੋਜ਼ ਜਿਹੜਾ ਵਾ ਉਹ ਵਾਧਾ ਹੋ ਰਿਹਾ। ਜਿਹੜਾ ਕਿ ਪਹਿਲਾਂ ਕਿਤੇ 6 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਹੁੰਦਾ ਸੀ, ਹੁਣ ਡੇਲੀ ਹੋ ਰਿਹਾ। ਔਰ ਈਵਨ ਲੋਕਾਂ ਨੂੰ ਐਸੀ ਆਦਤ ਪੈ ਗਈ ਹੈ ਕਿ ਦੇਖਦੇ ਵੀ ਨਹੀਂ, ਅੱਖਾਂ ਮੀਟ ਕੇ ਪੈਟਰੋਲ ਪੰਪ ਤੋਂ ਜਿਹੜਾ ਵਾ ਉਹ ਤੇਲ ਪਵਾ ਲੈਣਾ ਤੇ ਜੋ ਆਇਆ ਜੇਬ ਦੇ ਵਿੱਚੋਂ ਕੱਢ ਦੇਣਾ। ਇਹ ਵੀ ਤੁਹਾਡਾ ਇਸ਼ੂ ਜਿਹੜਾ ਤੁਸੀਂ ਜਿਹੜਾ ਕੀਤਾ ਠੀਕ ਹੈ, ਪਰ ਮੈਂ ਸਮਝਦਾ ਕਿ ਇਸ ਤੋਂ ਵੀ ਉੱਪਰ ਜਿਹੜੇ ਕਰੰਟ 2 ਇਸ਼ੂ ਸੀ, ਇੱਕ ਤਾਂ ਜਿਹੜਾ ਕਿਸਾਨਾਂ ਦਾ ਇਹ ਮਸਲਾ ਸੀ ਕਿ ਪਿਛਲੇ 7-8 ਮਹੀਨੇ ਤੋਂ ਕਿਸਾਨ ਲਗਾਤਾਰ ਦਿੱਲੀ ਦੇ ਵਿੱਚ ਬੈਠੇ ਰਹੇ ਨੇ, ਚਾਹੇ ਉਹ ਠੰਡ ਰਿਹਾ ਹੋਵੇ, ਚਾਹੇ ਉਹ ਗਰਮੀ ਹੱਦ ਦੀ ਗਰਮੀ ਹੋਵੇ, ਚਾਹੇ ਬਾਰਿਸ਼ਾਂ ਆਉਂਦੀਆਂ ਰਹੀਆਂ ਹੋਣ, ਚਾਹੇ ਤੂਫਾਨ ਆਉਂਦੇ ਰਹਿਣ ਹੋਣ, ਔਰ 500-550 ਤੋਂ ਉੱਪਰ ਜਿਹੜੇ ਆ ਕਿਸਾਨ, ਉਹਨਾਂ ਨੂੰ ਜਿਹੜੀ ਆਪਣੀ ਕੁਰਬਾਨੀ ਦੇਣੀ ਪਈ। ਇਸ ਸੰਦਰਭ ਦੇ ਵਿੱਚ ਵਿਰੋਧੀ ਪਾਰਟੀਆਂ ਜਿਹੜੀਆਂ ਲਗਾਤਾਰ ਮੰਗ ਕਰ ਰਹੀਆਂ ਸੀ ਕਿ ਤੁਸੀਂ ਸੰਜੀਦਾ ਦੇ ਨਾਲ, ਸਰਕਾਰ ਨੂੰ ਸੰਜੀਦਾ ਹੋ ਕੇ ਇਸ ਮਸਲੇ ਤੇ ਜਿਹੜਾ ਵਾ ਉਹ ਡਿਸਕਸ ਕਰਨਾ ਚਾਹੀਦਾ ਪਾਰਲੀਮੈਂਟ ਦੇ ਵਿੱਚ, ਤੇ ਵਿਰੋਧੀ ਧਿਰ ਦੀ ਗੱਲ ਜਿਹੜੀ ਸੁਣਨੀ ਚਾਹੀਦੀ ਹੈ। ਦੂਸਰਾ ਨਾਲ ਜਿਹੜਾ ਇੱਕ ਜਸੂਸੀ ਦਾ ਜਿਹੜਾ ਸੌਫਟਵੇਅਰ ਜਿਹੜਾ ਇਜ਼ਰਾਈਲ ਤੋਂ ਬਹੁਤ ਸਾਰੇ ਹੋਰ ਵੀ ਕਈ ਦੇਸ਼ਾਂ ਨੇ ਜਿਹੜਾ ਹੈ ਉਹ ਲਿਆ ਤੇ ਸਾਡੇ ਦੇਸ਼ ਦੇ ਵਿੱਚ ਵੀ ਆਇਆ। ਦੇਖੋ, ਇਹ ਬੜੀ ਵਾਰ ਜਿਹੜਾ ਇਸ਼ੂ ਉੱਠਿਆ, ਈਵਨ ਸੁਪਰੀਮ ਕੋਰਟ ਦੇ ਵਿੱਚ ਵੀ ਰਿਟਾਂ ਜਿਹੜੀਆਂ ਨੇ ਇਹ ਪਈਆਂ ਨੇ, ਔਰ ਉਹਨਾਂ ਦੀ ਕੱਲ੍ਹ ਸੁਣਵਾਈ ਹੋਈ ਹੈ। ਇਹਦੇ ਤੇ ਅਜੇ ਤੱਕ ਸਰਕਾਰ ਨੇ ਇਹ ਨਹੀਂ ਕਿਹਾ ਹੈ
ਕਿ ਅਸੀਂ ਇਜ਼ਰਾਈਲ ਤੋਂ ਇਹ ਸੌਫਟਵੇਅਰ ਹੈ ਜਿਹਦੀ ਕਰੋੜਾਂ ਦੇ ਵਿੱਚ ਜਿਹੜੀ ਕੀਮਤ ਦੱਸੀ ਜਾਂਦੀ ਹੈ, ਔਰ ਜਿਹਦੀ ਖਾਸੀਅਤ ਇਹ ਹੈ ਕਿ ਤੁਹਾਡਾ ਫੋਨ, ਤੁਹਾਡੇ ਮੋਬਾਈਲ ਤੁਹਾਡੇ ਕੋਲ ਹੈ, ਤੁਹਾਨੂੰ ਬਿਨਾਂ ਜਿਹੜਾ ਵਾ ਪਤਾ ਲੱਗਿਆ ਤੁਹਾਡੇ ਮੋਬਾਈਲ ਦਾ ਜਿਹੜਾ ਕੈਮਰਾ ਵਾ ਉਹ ਵੀ ਚਾਲੂ ਹੋ ਜਾਣਾ, ਤੁਹਾਡਾ ਸਪੀਕਰ ਜਿਹੜਾ ਵਾ ਮਾਈਕ ਹੈ ਉਹ ਵੀ ਚਾਲੂ ਹੋ ਜਾਣਾ, ਤੇ ਇਹੋ ਜਿਹਾ ਸੌਫਟਵੇਅਰ ਜਿਹੜਾ ਉਹ ਅੰਦਰ ਪਾ ਦੇਣਾ ਉਹਨਾਂ ਨੇ, ਜਿਹਦੇ ਵਿੱਚੋਂ ਤੁਹਾਡਾ ਹਰ ਮੈਸੇਜ, ਤੁਹਾਡੇ ਕੌਂਟੈਕਟਸ ਔਰ ਜੋ ਕੁਝ ਵੀ ਉਹ ਚਾਹਣ, ਚਾਹੇ WhatsApp ਤੇ ਕਹਿੰਦੇ ਆ ਕਿ ਇਹਦੇ ਤੇ ਉਹ ਜਦੋਂ ਆਪਾਂ ਮੈਸੇਜ ਪਾਉਣੇ ਆ ਨਾ ਉਦੋਂ ਉਹਦੇ ਤੇ ਕਿਹਾ ਜਾਂਦਾ ਕਿ ਇਹ ਜਿਹੜਾ ਵਾ ਪੁਆਇੰਟ ਟੂ ਪੁਆਇੰਟ ਜਿਹੜਾ ਵਾ ਸਟਾਰਟਿੰਗ ਤੋਂ ਐਂਡ ਪੁਆਇੰਟ ਤੱਕ ਜਿਹੜਾ ਇਨਕ੍ਰਿਪਟਡ ਹੈ, ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਲੀਕ ਨਹੀਂ ਕਰ ਸਕਦਾ। ਈਵਨ ਕਿ ਉਹ ਖੁਦ ਵੀ ਜਿਹੜਾ ਉਹ ਕਹਿੰਦੇ ਆ ਕਿ ਸਾਨੂੰ ਵੀ ਨਹੀਂ ਪਤਾ ਹੈ ਕਿ ਮੈਸੇਜ ਕਿੱਥੋਂ ਸ਼ੁਰੂ ਹੋਇਆ ਤੇ ਕੀ ਮੈਸੇਜ ਆ। ਈਵਨ ਕਿ ਉਹ ਕੰਪਨੀ ਬਣਦੇ ਆ ਕਿ ਅਸੀਂ ਮੈਂ ਇੱਥੇ ਤੁਹਾਨੂੰ ਇੱਕ ਰੋਕਣਾ ਚਾਹੁੰਦਾ, ਕੇਂਦਰ ਸਰਕਾਰ ਨੇ ਬੜੀ ਚਲਾਕੀ ਨਾਲ ਇਹਦੇ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਕਿਹਾ ਵੀ ਰੱਖਿਆ ਮੰਤਰਾਲੇ ਨੇ ਕੋਈ ਇਜ਼ਰਾਈਲ ਤੋਂ ਇਹੋ ਜਿਹੀ ਤਕਨੀਕ ਨਹੀਂ ਲਈ। ਮੈਂ ਜਿਹੜਾ ਇਹੀ ਗੱਲ ਮੈਂ ਜੰਮੂ ਸਾਹਿਬ ਕਹਿਣਾ ਚਾਹੁੰਦਾ ਵਾਂ, ਰੱਖਿਆ ਮੰਤਰਾਲੇ ਨਹੀਂ ਲਈ, ਇਹਦਾ ਕੋਈ ਇਸ਼ੂ ਨਹੀਂ। ਸਵਾਲ ਤਾਂ ਇਹ ਆ ਕਿ ਬ੍ਰੌਡਰ ਸਵਾਲ ਇਹ ਹੈ ਕਿ ਕੀ ਹਿੰਦੁਸਤਾਨ ਦੀ ਸਰਕਾਰ ਨੇ, ਕਿਸੇ ਵੀ ਡਿਪਾਰਟਮੈਂਟ ਨੇ, ਕਿਸੇ ਵੀ ਮੰਤਰਾਲੇ ਨੇ ਕੀ ਇਹ ਜਿਹੜਾ ਸੌਫਟਵੇਅਰ ਹੈ ਉਹ ਖਰੀਦਿਆ ਕਿ ਨਹੀਂ ਖਰੀਦਿਆ। ਨਾ ਹੀ ਦੱਸ ਦਵਾਂ, ਨਾ ਹੀ ਇਜ਼ਰਾਈਲ ਨੇ ਤੇ ਇਜ਼ਰਾਈਲ ਦੀ ਜਿਹੜੀ ਕੰਪਨੀ ਆ ਉਹਨਾਂ ਨੇ ਅਜੇ ਤੱਕ ਇਹ ਡਿਨਾਈ ਕੀਤਾ ਕਿ ਅਸੀਂ ਹਿੰਦੁਸਤਾਨ ਨੂੰ ਨਹੀਂ ਵੇਚਿਆ ਹੈ। ਨਾ ਹੀ ਹਿੰਦੁਸਤਾਨ ਦੀ ਗਵਰਨਮੈਂਟ ਨੇ ਕੈਟਾਗੋਰੀਕਲੀ ਕਿਹਾ ਕਿ ਅਸੀਂ ਜਿਹੜਾ ਵਾ ਇਹ ਖਰੀਦਿਆ ਨਹੀਂ। ਹਿੰਦੁਸਤਾਨ ਦੀ ਗਵਰਨਮੈਂਟ ਨੇ ਕੈਟਾਗੋਰੀਕਲੀ ਇਹ ਵੀ ਨਹੀਂ ਡਿਨਾਈ ਕੀਤਾ ਕਿ ਜਿਹੜੀ ਲਿਸਟ ਆਈ ਆ ਜਿਨ੍ਹਾਂ ਦੇ ਜਿਹੜੀ ਹੈ ਜਸੂਸੀ ਕੀਤੀ ਗਈ ਹੈ, ਜਿਨ੍ਹਾਂ ਦੇ ਫੋਨ ਦੇ ਵਿੱਚ ਜਿਹੜਾ ਉਹਨਾਂ ਨੇ ਆਪਦਾ ਸੌਫਟਵੇਅਰ ਪਾ ਕੇ ਤੇ ਇਨਫੋਰਮੇਸ਼ਨ ਲਈ ਆ, ਉਹਨਾਂ ਦੇ ਨਾਂ ਜਿਹੜੇ ਆਏ ਨੇ ਜਿਹਦੇ ਚ ਰਾਜੀਵ ਗਾਂਧੀ ਤੋਂ ਲੈ ਕੇ ਤੇ ਹੋਰ ਬਹੁਤ ਸਾਰੇ ਰਾਹੁਲ ਗਾਂਧੀ ਵਕੀਲ ਨੇ, ਉਹਨਾਂ ਵੀ ਨਹੀਂ ਡਿਨਾਈ ਕੀਤਾ ਕਿ ਨਹੀਂ ਇਹ ਬੰਦਿਆਂ ਦੀ ਅਸੀਂ ਜਿਹੜੀ ਆ ਕੋਈ ਜਸੂਸੀ ਨਹੀਂ ਕੀਤੀ ਹੈ। ਤੇ ਇਨ ਦੀ ਐਬਸੈਂਸ ਆਫ ਅਸੀਂ ਕਹਿੰਦੇ ਆ ਕਾਨੂੰਨੀ ਤੌਰ ਤੇ ਕਿ ਜੇ ਤੁਸੀਂ ਜਿਹੜਾ ਕੈਟਾਗੋਰੀਕਲੀ ਤੇ ਸਪੈਸੀਫਿਕਲੀ ਜਿਹੜਾ ਕਿਸੇ ਚੀਜ਼ ਨੂੰ ਡਿਨਾਈ ਨਹੀਂ ਕਰਦੇ ਤਾਂ ਇਹ ਵਿਰਚੁਅਲੀ ਤੁਸੀਂ ਇਹ ਫੈਕਟ ਮੰਨਦੇ ਹੋ ਕਿ ਹਾਂ ਅਸੀਂ ਕੀਤਾ। ਇਸ ਕਰਕੇ ਇਹ ਜਿਹੜਾ ਇਹ ਦੋ ਇਸ਼ੂ ਸੀ ਪਾਰਲੀਮੈਂਟ ਦੇ ਵਿੱਚ, ਇਹਦੇ ਵਿੱਚ ਕੀ ਸਮੱਸਿਆ ਸੀ? ਦੇਖੋ, ਨਾ ਤਾਂ ਮੋਦੀ ਸਾਹਿਬ ਇਹ ਸਾਰੇ ਸਮੇਂ ਦੇ ਦੌਰਾਨ ਪਾਰਲੀਮੈਂਟ ਦੇ ਵਿੱਚ ਆਏ ਨਹੀਂ, ਨਾ ਉਹਨਾਂ ਇਸ ਇਸ਼ੂ ਦੇ ਉੱਤੇ ਕੋਈ ਬਿਆਨ ਦਿੱਤਾ ਹੈ, ਨਾ ਹੀ ਉਹਨਾਂ ਨੇ ਜਿਹੜਾ ਵਾ ਕੋਈ ਸੰਜੀਦਗੀ ਦਿਖਾਈ ਹੈ ਕਿ ਅਸੀਂ ਲੋਕਾਂ ਦੇ ਜਿਹੜੇ ਇਸ਼ੂ ਆ ਉਹਨਾਂ ਨੂੰ ਐਡਰੈਸ ਕਰਾਂਗੇ। ਦੇਖੋ ਇੱਕ ਦੋ ਮੌਕਿਆਂ ਤੇ ਉਹ ਆਏ ਜ਼ਰੂਰ ਆਏ ਹੈਗੇ, ਪਰ ਆ ਕੇ ਸਵਾਲ ਹੈ ਕਿ ਆ ਕੇ ਕੀਤਾ ਕੀ ਹੈ। ਹਾਂਜੀ, ਬੋਲੇ ਨਹੀਂ ਇਹਨਾਂ ਦੇ ਇਸ ਮੁੱਦੇ ਤੇ ਨਹੀਂ ਬੋਲੇ। ਹਾਂ, ਇਹਨਾਂ ਇਸ਼ੂਜ਼ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਸਟੇਟਮੈਂਟ ਦਿੱਤੀ ਉਹਨਾਂ ਨੇ। ਪਾਰਲੀਮੈਂਟ ਦੇ ਮੈਂਬਰ ਜਿਹੜੇ ਉਹ ਬਾਰ-ਬਾਰ ਕਹਿ ਰਹੇ ਆ, ਜਿਹੜਾ TMC ਦਾ ਲੀਡਰ ਹੈ ਉਹ ਬਾਰ-ਬਾਰ ਕਹਿ ਰਿਹਾ ਕਿ ਮੋਦੀ ਜੀ ਆਓ, ਆ ਕੇ ਅਸੀਂ ਤੁਹਾਨੂੰ ਉਡੀਕ ਰਹੇ ਹਾਂ, ਤੁਹਾਨੂੰ ਸੁਣਨਾ ਚਾਹੁੰਦੇ ਹਾਂ, ਤੁਸੀਂ ਆ ਕੇ ਇਹ ਜਿਹੜੇ ਇਸ਼ੂ ਆ ਇਹਨਾਂ ਦੇ ਆਪਦੀ ਗੱਲ ਕੋਈ ਤਾਂ ਦੱਸੋ, ਕਹਿਣਾ ਕੀ ਚਾਹੁੰਦੇ। ਪਰ ਉਹ ਜਿਹੜਾ ਵਾ ਇਸ ਇਸ਼ੂ ਦੇ ਉੱਤੇ ਪਾਰਲੀਮੈਂਟ ਨੂੰ ਐਡਰੈਸ ਕਰਨ ਦੇ ਲਈ ਜਿਹੜਾ ਵਾ ਉਹ ਪਾਰਲੀਮੈਂਟ ਦੇ ਵਿੱਚ ਨਹੀਂ ਗਏ, ਨਾ ਹੀ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ। ਹੁਣ ਇਹ ਸਾਰੇ ਕੁਝ ਦੀ ਗੈਰ ਹਾਜ਼ਰੀ ਦੇ ਵਿੱਚ ਤੁਸੀਂ ਜਿਹੜਾ ਇੱਕ ਭਾਵੁਕ ਤਰੀਕੇ ਦੇ ਨਾਲ ਭਾਸ਼ਣ ਦੇ ਦਿਓ ਕਿ ਵੇਖੋ ਜੀ ਇਹ ਹੋ ਰਿਹਾ, ਪਾਰਲੀਮੈਂਟ ਨਹੀਂ ਚੱਲਣ ਦਿੱਤੀ ਜਾ ਰਹੀ, ਰਾਜ ਸਭਾ ਨਹੀਂ ਚੱਲਣ ਦਿੱਤੀ ਜਾ ਰਹੀ, ਇਹ ਕੋਈ ਪਹਿਲੀ ਵਾਰ ਤਾਂ ਨਹੀਂ ਹੋਇਆ। ਜਦੋਂ ਬੀਜੇਪੀ ਖੁਦ ਜਿਹੜਾ ਵਾ, ਜਦੋਂ ਸਰਕਾਰ ਸੀ ਕਾਂਗਰਸ ਦੀ ਤੇ ਬੀਜੇਪੀ ਖੁਦ ਜਿਹੜੀ ਹੈ ਉਹ ਵਿਰੋਧੀ ਧਿਰ ਦੇ ਵਿੱਚ ਸੀ, ਮਨਮੋਹਨ ਸਿੰਘ ਦੀ ਸਰਕਾਰ ਸੀ, ਔਰ ਉਸ ਵੇਲੇ ਜਿਹੜੇ ਵੱਡੇ ਜਿਹੜੇ ਕਾਂਡ ਹੈ ਉਹ ਨਿਕਲੇ, ਜਿਨ੍ਹਾਂ ਦੇ ਵਿੱਚ ਕੋਲਗੇਟ ਆਇਆ, ਜਿਨ੍ਹਾਂ ਦੇ ਵਿੱਚ ਜਿਹੜੇ 4G ਦੇ ਜਿਹੜੇ ਜਾਂ 2G ਦੇ ਜਿਹੜੇ ਸਪੈਕਟਰਮ ਮਾਮਲਾ ਉਹ ਅਲਾਟ ਹੋਣੇ ਸੀ, ਉਹਨਾਂ ਦੇ ਇਸ਼ੂ ਆ ਗਏ। ਕਾਮਨਵੈਲਥ ਗੇਮਸ ਦੇ ਵਿੱਚ ਕਿੰਨਾ ਕੁਝ ਜਿਹੜਾ ਘਪਲਾ ਹੋਇਆ ਉਹ ਇਸ਼ੂ ਆਏ। ਤੇ ਉਦੋਂ ਤਾਂ ਇਹ ਖੁਦ ਨਾਇਡੂ ਸਾਹਿਬ ਜਿਨ੍ਹਾਂ ਨੇ ਹੁਣ ਭਾਵੁਕ ਅਪੀਲ ਕੀਤੀ ਹੈ, ਤੇ ਪੂਰੀ ਬੀਜੇਪੀ ਉਹ ਜਿਹੜਾ ਕੋਈ ਸੈਸ਼ਨ ਜਿਹੜਾ ਵਾ ਉਹਨਾਂ ਨੇ ਚੱਲਣ ਨਹੀਂ ਦਿੱਤਾ, ਡੇਢ ਮਹੀਨੇ ਤੱਕ ਜਿਹੜਾ ਵਾ ਇਹੀ ਕੁਝ ਜਿਹੜਾ ਉਹ ਉਸ ਵੇਲੇ ਕਰਦੇ ਸੀ। ਹੁਣ ਜੇ ਤੁਸੀਂ ਆਪ ਕੁਰਸੀ ਦੇ ਉੱਤੇ ਬੈਠ ਗਏ ਹੋ ਤੇ ਤੁਹਾਨੂੰ ਇਹ ਜਿਹੜਾ ਵਿਰੋਧ ਹੈ ਚੰਗਾ ਨਹੀਂ ਲੱਗਦਾ। ਜਦੋਂ ਤੁਸੀਂ ਖੁਦ ਸਿਆਸੀ ਲਾਹਾ ਲੈਣ ਦੇ ਲਈ ਉਹ ਇਸ਼ੂ ਉਠਾ ਕੇ ਤੇ ਪਾਰਲੀਮੈਂਟ ਚੱਲਣ ਨਹੀਂ ਸੀ ਦਿੰਦੇ, ਉਸ ਵੇਲੇ ਠੀਕ ਸੀ, ਉਦੋਂ ਤੁਸੀਂ ਵੀ ਇਹ ਮੰਗ ਕਰਦੇ ਸੀ ਕਿ ਇਹ ਜਿਹੜੇ ਇਸ਼ੂ ਆ ਸਰਕਾਰ ਡਿਸਕਸ ਕਰੇ ਔਰ ਇਹਨਾਂ ਦੇ ਉੱਤੇ ਜਿਹੜੇ ਵੀ ਰਿਸਪੌਂਸੀਬਲ ਬੰਦੇ ਨੇ ਉਹਨਾਂ ਦੀ ਜਾਂਚ ਹੋਵੇ ਤੇ ਉਹਨਾਂ ਤੇ ਐਕਸ਼ਨ ਹੋਵੇ। ਹੁਣ ਵੀ ਤਾਂ ਉਹੀ ਮੰਗ ਹੈ।
ਸਾਰੀ ਵਿਰੋਧੀ ਪਾਰਲੀਮੈਂਟ ਇਹੀ ਮੰਗ ਕਰ ਰਹੀ ਹੈ ਕਿ ਤੁਸੀਂ ਜਿਹੜਾ ਆਓ, ਇਹ ਬੜਾ ਸੀਰੀਅਸ ਇਸ਼ੂ ਹੈ। ਸਾਡਾ ਸੰਵਿਧਾਨ ਜਿਹੜਾ ਵਾ ਉਹ ਬਿਲਕੁਲ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਜਿਹੜਾ ਕਿਸੇ ਦੀ ਪ੍ਰਾਈਵੇਸੀ ਦੇ ਵਿੱਚ ਜਿਹੜਾ ਵਾ ਉਹ ਦਖਲਅੰਦਾਜ਼ੀ ਕਰੋ। ਉਹਦਾ ਰਾਈਟ ਹੈ, ਕਨਸਟੀਟਿਊਸ਼ਨਲ ਰਾਈਟ ਹੈ, ਕਾਨੂੰਨੀ ਰਾਈਟ ਹੈ। ਇਸੇ ਤਰ੍ਹਾਂ ਨਾਲ ਕਿਸਾਨਾਂ ਦਾ ਜਿਹੜਾ ਇਸ਼ੂ ਹੈ, 550 ਦੇ ਕਰੀਬ ਜਿਹੜੇ ਆ ਉਹ ਕਿਸਾਨ ਜਿਹੜੇ ਉਹਨਾਂ ਨੇ ਕੁਰਬਾਨੀ ਦਿੱਤੀ, ਸ਼ਹੀਦ ਹੋਏ ਨੇ, ਉਹਨਾਂ ਦੀ ਗੱਲ ਸੁਣੋ। ਮਹਿੰਗਾਈ ਦੀ ਜਿਹੜੀ ਗੱਲ ਹੈ ਉਸ ਇੱਥੇ ਆ ਕੇ ਜਿਹੜੀ ਹੈ ਡਿਸਕਸ ਹੋਵੇ। ਹੁਣ ਇਹ ਅਪੀਲ ਜਿਹੜੀ ਆ, ਭਾਵਕ ਅਪੀਲ, ਚਾਹੇ ਸਪੀਕਰ ਹੋਵੇ ਲੋਕ ਸਭਾ ਦਾ, ਚਾਹੇ ਰਾਜ ਸਭਾ ਦੇ ਜਿਹੜਾ ਵਾ ਇਹ ਚੇਅਰਮੈਨ ਹੋਣ ਤੇ ਵਾਈਸ ਪ੍ਰੈਜ਼ੀਡੈਂਟ ਹੋਣ ਦੇਸ਼ ਦੇ, ਇਹ ਅਪੀਲ ਉਹਨਾਂ ਨੂੰ ਮੋਦੀ ਨੂੰ ਕਰਨੀ ਚਾਹੀਦੀ ਹੈ। ਹਾਂਜੀ, ਵਿਰੋਧ ਧਿਰ ਨੂੰ ਨਹੀਂ ਕਰਨੀ ਚਾਹੀਦੀ। ਸਾਰੀ ਤਾਕਤ ਜਿਹੜੀ ਆ, ਇਸ਼ੂ ਜਿਹੜਾ ਵਾ ਉਹ ਸਰਕਾਰ ਦੇ ਹੱਥ ਦੇ ਵਿੱਚ ਹੈ। ਸਰਕਾਰ ਹੀ ਜਿਹੜਾ ਵਾ ਆ ਕੇ ਉਹਨਾਂ ਨੇ ਬਿਆਨ ਦੇਣਾ। ਹੁਣ ਉਹਨਾਂ ਨੇ ਕਿਹਾ ਕਿ ਤੁਸੀਂ ਮਜਬੂਰ ਨਹੀਂ ਕਰ ਸਕਦੇ ਸਰਕਾਰ ਨੂੰ। ਸਰਕਾਰ ਜਿਹੜੀ ਹੈ ਉਹ ਜਵਾਬ ਦੇ ਆ, ਮਜਬੂਰ ਦਾ ਇਸ਼ੂ ਨਹੀਂ ਹੈ ਕਿ ਤੁਸੀਂ ਕੰਪੈਲ ਕਰਨਾ। ਇਹ ਜ਼ਿੰਮੇਵਾਰੀ ਹੈ ਸਰਕਾਰ ਦੀ ਕਿ ਜਿਹੜੇ ਇਸ਼ੂ ਆ ਉਹਨਾਂ ਦੇ ਉੱਤੇ ਆ ਕੇ ਪਾਰਲੀਮੈਂਟ ਦੇ ਵਿੱਚ ਆਵੇ, ਆਪਣੀ ਸਥਿਤੀ ਜਿਹੜੀ ਆ ਸਪਸ਼ਟ ਕਰੇ। ਭੱਟ ਸਾਹਿਬ, ਇਸ ਦੇ ਨਾਲ ਹੀ ਦੂਜੇ ਪਾਸੇ ਇੱਕ ਪਾਸੇ ਪਾਰਲੀਮੈਂਟ ਇਹ ਹੈ ਜਿਹਦੇ 'ਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਵੀ 22% ਹੀ ਕੰਮਕਾਜ ਹੋ ਸਕਿਆ। ਉਹ ਵੀ ਕੰਮਕਾਜ ਰੌਲੇ ਰੱਪੇ 'ਚ ਹੋਇਆ, ਬਿਨਾਂ ਰੌਲੇ ਰੱਪੇ ਤੋਂ ਤਾਂ ਕੰਮਕਾਜ ਹੋਇਆ ਹੀ ਨਹੀਂ। ਇਹਦੇ ਪੈਰਲਲ ਜਿਹੜੀ ਕਿਸਾਨਾਂ ਦੀ ਸੰਸਦ ਆ ਉਹ ਵੀ ਲਗਾਤਾਰ ਚੱਲ ਰਹੀ, ਉਹਦੇ ਬਾਰੇ ਕੀ ਕਹਿਣਾ ਤੁਸੀਂ ਚਾਹੁੰਦੇ? ਇਹ ਬਿਲਕੁਲ ਠੀਕ ਹੈ। ਜਿਹੜਾ ਵੀ ਇਹਨਾਂ ਨੇ ਬਿੱਲ ਪਾਸ ਕਰਾਏ ਨੇ ਉਹ ਸਵਾਏ ਇੱਕ ਅਤੇ ਤੋਂ ਜਿਹਦੇ ਵਿੱਚ OBC ਦਾ ਸੀ ਇਸ਼ੂ ਸੀ, ਉਹਨੂੰ ਛੱਡ ਕੇ ਬਾਕੀ ਜਿਹੜੇ ਬਿੱਲ ਨੇ ਇਹਨਾਂ ਧੱਕੇ ਦੇ ਨਾਲ ਕਰਾਏ ਨੇ, ਜਿਹਨੂੰ ਕਹਿੰਦੇ ਨਾ ਵਾਇਸ ਵੋਟ। ਹਾਂਜੀ ਦੱਸੋ ਜੀ ਪਾਸ, ਸਾਰੇ ਥੱਲੋਂ ਕਹਿ ਦੇਣਾ ਪਾਸ ਜੀ ਪਾਸ ਜੀ ਪਾਸ। ਇਹ ਮਤਲਬ ਜਿਹੜੀ ਮੈਜੋਰਟੀ ਦਾ ਜਿਹੜਾ ਧੱਕਰਪੁਣਾ ਵਾ, ਜਿਹੜੀ ਤਾਕਤ ਹੈ, ਉਹਦੇ ਆਸਰੇ ਤੇ ਜਿਹੜਾ ਵੀ ਕੋਈ ਕੰਮ ਇਹਨਾਂ ਨੇ ਉਹ ਕੀਤਾ ਹੈ। ਅਦਰਵਾਈਜ਼ ਜਿਸ ਤਰੀਕੇ ਨਾਲ ਚਾਹੀਦਾ ਕਿ ਡੈਮੋਕ੍ਰੇਟਿਕ ਤਰੀਕੇ ਨਾਲ ਉਹਦੇ ਉੱਤੇ ਬਹਿਸ ਹੋਵੇ, ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹ ਆਪਦੀ ਰਾਏ ਦੇਣ, ਆਪਦੀ ਗੱਲ ਕਰਨ, ਔਰ ਉਸ ਤੋਂ ਬਾਅਦ ਜਿਹੜਾ ਵਾ ਸਹਿਮਤੀ ਦੇ ਨਾਲ ਇਹ ਬਿੱਲ ਪਾਸ ਹੋਣ, ਉਹ ਗੱਲ ਨਹੀਂ ਹੋਈ। ਦੂਸਰੀ ਜਿਹੜੀ ਤੁਸੀਂ ਕੀਤੀ ਹੈ ਕਿਸਾਨ ਸੰਸਦ ਦੀ, ਇਹ ਮੇਰਾ ਖਿਆਲ ਹੈ ਕਿ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਜਦੋਂ ਤੋਂ ਸਾਡਾ ਸੰਵਿਧਾਨ ਜਿਹੜਾ ਵਾ ਹੋਣ ਦੇ ਵਿੱਚ ਆਇਆ, ਇਹ ਸ਼ਾਇਦ ਪਹਿਲੀ ਤਰ੍ਹਾਂ ਦੀ ਇੱਕ ਵਿਸ਼ੇਸ਼ ਜਿਹੜਾ ਵਾ ਸੰਸਦ ਸੈਸ਼ਨ, ਜਿਹਨੂੰ ਅਸੀਂ ਕਹਿ ਦਈਏ ਕਿ ਪੈਰਲਲ ਸੈਸ਼ਨ, ਇਹ ਪਾਰਲੀਮੈਂਟ ਦੇ ਸਾਹਮਣੇ ਜੰਤਰ ਮੰਤਰ ਦੇ ਵਿੱਚ ਕਿਸਾਨਾਂ ਦੇ ਰਿਪਰੈਜ਼ੈਂਟੇਟਿਵ ਜਾਂਦੇ ਰਹੇ ਆ। 2 ਦਿਨ ਜਿਹੜੇ ਆ ਔਰਤਾਂ ਦੇ ਸੀ, ਜਿਹਦੇ ਵਿੱਚ ਔਰਤਾਂ ਨੇ ਚਲਾਇਆ ਤੇ ਔਰਤਾਂ ਨੇ ਪਾਰਟਿਸਿਪੇਟ ਉਹਦੇ ਵਿੱਚ ਕੀਤਾ। ਔਰ ਉਹਦੇ ਵਿੱਚ ਇਸ ਗੱਲ ਨੂੰ ਲੈ ਕੇ ਕਿ ਦੇਖੋ ਤੁਸੀਂ, ਅਸੀਂ ਜਿਹੜੀਆਂ ਤੁਹਾਨੂੰ ਵੋਟਾਂ ਪਾਈਆਂ, ਸਰਕਾਰ ਜੇ ਤੁਹਾਡੀ ਬਣੀ ਹੈ ਤੇ ਲੋਕਾਂ ਦੀਆਂ ਵੋਟਾਂ ਪੈਣ ਨਾਲ ਬਣੀਆਂ। ਅੱਜ ਤੁਸੀਂ ਸਾਡੇ ਇਸ਼ੂ ਜਿਹੜੇ ਆ ਉਹ ਸੁਣਦੇ ਨਹੀਂ ਗਏ, ਉਹਦਾ ਕੋਈ ਜਵਾਬ ਸਾਨੂੰ ਨਹੀਂ ਦਿੰਦੇ। ਇਸ ਕਰਕੇ ਜਿਹੜੀ ਪਾਰਲੀਮੈਂਟ ਤੁਸੀਂ ਚਲਾ ਰਹੇ ਹੋ, ਜਿਹਦੇ ਵਿੱਚ ਸਾਡੀ ਆਵਾਜ਼ ਨਹੀਂ ਪਹੁੰਚ ਰਹੀ, ਅਸੀਂ ਉਹਦਾ ਪੈਰਲਲ ਇੱਕ ਸੰਸਦ ਸੈਸ਼ਨ ਜਿਹੜਾ ਵਾ ਉਹ ਲੋਕਾਂ ਦੇ ਮਸਲਿਆਂ ਨੂੰ ਲੈ ਕੇ, ਖਾਸ ਕਰਕੇ ਜਿਹੜੇ ਕਿਸਾਨੀ ਦੇ ਜਿਹੜੇ ਹਿੱਤਾਂ ਦੇ ਖਿਲਾਫ 3 ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਆ, ਔਰ ਇਸ ਤੋਂ ਇਲਾਵਾ ਪਰਾਲੀ ਦਾ ਇਸ਼ੂ ਹੈ, ਇਸ ਤੋਂ ਇਲਾਵਾ ਬਿਜਲੀ ਦਾ ਜਿਹੜਾ ਵਾ ਉਹ ਬਿੱਲ ਦੁਬਾਰਾ ਲਿਆ ਰਹੇ ਨੇ, ਫਿਰ ਜਿਹੜਾ ਵਾ MSP ਦਾ ਇਸ਼ੂ ਆ, ਕਿ ਸਾਰਿਆਂ ਦੇ ਉੱਤੇ ਜੇ ਤੁਸੀਂ ਨਹੀਂ ਚਲਾ ਸਕਦੇ ਸੰਸਦ, ਜੇ ਸਰਕਾਰ ਜਵਾਬਦੇਹੀ ਨਹੀਂ ਹੈ, ਤਾਂ ਅਸੀਂ ਪੈਰਲਲ ਜਿਹੜਾ ਹੈ ਉਹ ਸੈਸ਼ਨ ਚਲਾ ਕੇ, ਲੋਕਾਂ ਦੇ ਰਿਪਰੈਜ਼ੈਂਟੇਟਿਵ ਦਾ ਸੈਸ਼ਨ ਚਲਾ ਕੇ ਅਸੀਂ ਆਪਣੀ ਗੱਲ ਕਹਾਂਗੇ। ਉਹ ਵੇਖੋ ਇਹਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਮਤਲਬ ਜਿਹੜਾ ਲੋਕਾਂ ਦੇ ਵਿੱਚ ਆਪਣੀ ਗੱਲ ਕਹਿਣ ਦਾ, ਜਿਹਦੇ ਵਿੱਚ ਮੀਡੀਆ ਦੀ ਆਵਾਜ਼ ਖਿੱਚਣ ਦਾ, ਲੋਕ ਰਾਏ ਨੂੰ ਬਿਲਡ ਕਰਨ ਦਾ ਇੱਕ ਜਿਹੜਾ ਉਪਰਾਲਾ ਪੈਰਲਲ ਸੰਸਦ ਚਲਾ ਕੇ, ਬਰਾਬਰ ਸੰਸਦ ਚਲਾ ਕੇ, ਪਾਰਲੀਮੈਂਟ ਚਲਾ ਕੇ ਕਿਸਾਨਾਂ ਨੇ, ਔਰਤਾਂ ਨੇ ਤੇ ਬਾਕੀ ਸਾਰੇ ਜਿਹੜੇ ਪ੍ਰਤੀਨਿਧੀ ਸੀ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਮੈਂ ਸਮਝਦਾ ਕਿ ਬਹੁਤ ਹੱਦ ਤੱਕ ਕਾਮਯਾਬ ਹੋਏ ਨੇ। ਮੀਡੀਆ ਨੇ, ਖਾਸ ਕਰਕੇ ਜਿਹੜਾ ਪ੍ਰਿੰਟ ਮੀਡੀਆ ਸੀ, ਉਹਨਾਂ ਨੇ ਬਹੁਤ ਕਾਫੀ ਉਹਨੂੰ ਜਗ੍ਹਾ ਜਿਹੜੀ ਹੈ ਦਿੱਤੀ ਹੈ, ਔਰ ਉਹ ਆਪਦੀ ਆਵਾਜ਼ ਨੂੰ ਬੁਲੰਦ ਕਰਨ ਦੇ ਵਿੱਚ ਸਫਲ ਹੋਏ। ਭੱਟ ਸਾਹਿਬ, ਇਸ ਤੋਂ ਅਗਲੇ ਮੁੱਦੇ ਵੱਲ ਵਧਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਜਿਨ੍ਹਾਂ ਨੂੰ ਪਰਾਈ ਔਰਤ ਨਾਲ ਸੰਬੰਧ ਰੱਖਣ ਦੇ ਤੌਰ ਤੇ ਸਿੱਖ ਪੰਥ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ, ਉਹ ਵਾਰ-ਵਾਰ ਅਕਾਲ ਤਖਤ ਤੇ ਜਾ ਕੇ ਅਰਜ਼ੋਈਆਂ ਕਰ ਰਹੇ ਵੀ ਉਹਨਾਂ ਨੂੰ ਬਹਾਲ ਕੀਤਾ ਜਾਏ। ਅੱਜ ਵੀ, ਕੱਲ ਵੀ ਗਏ। ਤੁਹਾਡਾ ਕੀ ਖਿਆਲ, ਉਹਨਾਂ ਨੂੰ ਬਹਾਲ ਕਰ ਦਿੱਤਾ ਜਾਏਗਾ ਜਾਂ ਉਹਦਾ ਫੇਟ ਕੀ ਹੋਏਗੀ? ਦੇਖੋ ਜੰਮੂ ਸਾਹਿਬ, ਇਹਦੇ ਵਿੱਚ 2 ਇਸ਼ੂ ਨੇ। ਇੱਕ ਹੈ ਕਾਨੂੰਨੀ ਇਸ਼ੂ ਹੈ, ਇੱਕ ਹੈ ਨੈਤਿਕਤਾ ਦਾ ਇਸ਼ੂ। ਐਜ਼ ਫਾਰ ਐਜ਼ ਦੀ ਲੀਗਲ ਇਸ਼ੂ ਜਿਹੜਾ ਕੰਸਰਨਡ ਹੈ,
ਉਹਦੇ ਵਿੱਚ ਹੈ ਕਿ ਉਹ ਉਹਨਾਂ ਤੇ ਜਿਹੜੇ ਦੋਸ਼ ਲੱਗੇ ਸੀ ਉਹ ਉਹਨਾਂ ਦੇ ਵਿੱਚੋਂ ਬਰੀ ਹੋ ਗਏ। ਕੋਰਟ ਨੇ ਜਿਹੜਾ ਵਾ ਉਹ ਉਹਨਾਂ ਨੂੰ ਬਰੀ ਕਰ ਦਿੱਤਾ। ਈਵਨ ਕਿ ਜਿਨ੍ਹਾਂ ਨੇ ਦੋਸ਼ ਲਾਏ ਸੀ ਉਹਨਾਂ ਨੇ ਕੋਰਟ ਦੇ ਵਿੱਚ ਵੀ ਜਾ ਕੇ ਕਿਹਾ ਕਿ ਨਹੀਂ, ਇਹ ਬਿਲਕੁਲ ਝੂਠੇ ਦੋਸ਼ ਨੇ ਤੇ ਮੈਨੂੰ ਜਿਹੜਾ ਦਬਾਅ ਪਵਾ ਕੇ, ਸਿਆਸੀ ਦਬਾਅ ਪਾ ਕੇ ਮੇਰੇ ਤੋਂ ਪਰਚਾ ਜਿਹੜਾ ਕਰਵਾਇਆ ਗਿਆ, ਇਸ ਕਰਕੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਪਰ ਬਾੜ ਸਾਹਿਬ ਜਿਹੜੀ ਵੀਡੀਓ ਸੀਗੀ ਉਹ ਸੱਚਾਈ ਨਹੀਂ। ਨਹੀਂ, ਮੈਂ ਗੱਲ ਕਰ ਰਿਹਾ ਹਾਂ ਨਾ ਸਭ ਦੋ ਹਿੱਸੇ ਨੇ। ਹਾਂਜੀ, ਇੱਕ ਤਾਂ ਹੈ ਕਿ ਤੁਹਾਡੀ ਜਿਹੜੀ ਆ ਮਰਜ਼ੀ ਦੇ ਨਾਲ ਸੰਬੰਧ ਹੋਣ। ਦੂਸਰਾ ਇਸ਼ੂ ਹੈਗਾ ਵਾ ਕਿ ਤੁਸੀਂ ਜਿਹੜਾ ਵਾ ਜ਼ਬਰਦਸਤੀ ਆਪਣੀ ਜਿਹੜੀ ਪੋਜੀਸ਼ਨ ਆ ਉਸ ਪੋਜੀਸ਼ਨ ਦਾ ਦੁਰਉਪਯੋਗ ਕਰਕੇ ਤੁਸੀਂ ਜਿਹੜਾ ਵਾ ਉਹ ਸੰਬੰਧ ਜਿਹੜੇ ਆ ਉਹ ਬਣਾਏ ਜਾਂ ਮਜਬੂਰ ਕੀਤਾ ਸੰਬੰਧ ਬਣਾਉਣ ਨੂੰ। ਹੁਣ ਜਿੱਥੋਂ ਤੱਕ ਸਾਡੇ ਕਾਨੂੰਨ ਦਾ ਸੰਬੰਧ ਹੈ ਕਿ ਜੇ ਜਿਹੜੇ ਦੋ ਬਾਲਗ ਦੋ ਆਦਮੀ ਆ ਆਪਣੀ ਮਰਜ਼ੀ ਦੇ ਨਾਲ ਕਿਸ ਤਰ੍ਹਾਂ ਦਾ ਸੰਬੰਧ ਬਣਾਉਂਦੇ ਆ ਤਾਂ ਉਹ ਕੋਈ ਕਾਨੂੰਨੀ ਜੁਰਮ ਨਹੀਂ ਹੈ। ਮੈਂ ਇਹੀ ਗੱਲ ਕਹਿਣ ਲੱਗਾ ਸੀ ਕਿ ਨੈਤਿਕਤਾ ਉਹ ਕਾਨੂੰਨੀ ਤੌਰ ਤੇ ਪੱਖ ਮੈਂ ਜਿਹੜਾ ਦੱਸ ਰਿਹਾ ਕਿ ਉਹ ਉਹਦੇ ਵਿੱਚ ਜੁਰਮ ਨਹੀਂ ਹੈ। ਹੁਣ ਜਦੋਂ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਵਾ ਉਹ ਬਰੀ ਹੋ ਗਏ ਜਾਂ ਜਿਹੜੀ ਵੀਡੀਓ ਵੀ ਤੁਸੀਂ ਆਏ ਉਹ ਵੀਡੀਓ ਜਿਹੜੀ ਆ ਉਹ ਵੀ ਉਹਨਾਂ ਕਹਿਤਾ ਕਿ ਨਹੀਂ, ਜਿਹੜੀ ਵੀਡੀਓ ਆ ਮਤਲਬ ਜਿਹੜਾ ਵਾ ਉਹ ਡਿਸਟੋਰਟ ਕੀਤੀ ਗਈ ਆ। ਅੱਜ ਕੱਲ੍ਹ ਜਿਹੜਾ ਇਹ ਵੀ ਹੋ ਸਕਦਾ ਜਿੰਨਾ ਚਿਰ ਉਹ ਪ੍ਰੂਵ ਨਾ ਹੋਵੇ ਤੇ ਸਜ਼ਾ ਕੋਰਟ ਨਾ ਦੇਵੇ ਉਹਨਾਂ ਚਿਰ ਤੱਕ ਬੰਦਾ ਜਿਹੜਾ ਵਾ ਉਹ ਦੋਸ਼ੀ ਜਿਹੜਾ ਹੈ ਉਹ ਨਿਰਦੋਸ਼ ਗਿਣਿਆ ਜਾਂਦਾ। ਇਸ ਕਰਕੇ ਇਹ ਪੱਖ ਜਿਹੜਾ ਵਾ ਉਹਦੇ ਵਿੱਚ ਸ਼ਾਮਲ ਆ। ਦੂਸਰੇ ਵਿੱਚ ਜਿਹੜਾ ਇਹ ਹੈ ਕਿ ਨੈਤਿਕਤਾ, ਜਿੱਥੋਂ ਤੱਕ ਹੁਣ ਅਕਾਲ ਤਖਤ ਸਾਹਿਬ ਦੇ ਜਿਹੜੇ ਉੱਥੇ ਜਾ ਕੇ ਆਪਦੀ ਉਹ ਸੇਵਾ ਵੀ ਰੋਜ਼ ਨਿਭਾ ਰਹੇ ਨੇ, ਉਹਨਾਂ ਨੇ ਮਾਫੀ ਵੀ ਪਬਲਿਕ ਤੌਰ ਤੇ ਮੰਗੀ ਆ, ਚਿੱਠੀਆਂ ਵੀ ਲਿਖ ਕੇ ਦਿੱਤੀਆਂ ਨੇ ਕਿ ਠੀਕ ਆ, ਮੰਨ ਲਓ ਭਾਵੇਂ ਮੈਨੂੰ ਕੋਰਟ ਨੇ ਜਿਹੜਾ ਅਦਾਲਤ ਨੇ ਬਰੀ ਕਰ ਦਿੱਤਾ, ਪਰ ਮੰਨ ਲਓ ਕਿ ਮੇਰੇ ਤੋਂ ਜਿਹੜੀ ਹੈ ਇੱਕ ਗਲਤੀ ਹੋਈ ਆ, ਤਾਂ ਇਸ ਗਲਤੀ ਦਾ ਇਹ ਮਤਲਬ ਨਹੀਂ ਹੈ ਕਿ ਮੈਨੂੰ ਤੁਸੀਂ ਸਾਰੀ ਉਮਰ ਹੀ ਇੱਕ ਫੇਥ ਦੇ ਵਿੱਚੋਂ ਜਿਹੜਾ ਵਾ ਉਹ ਛੇਕ ਦਿਓ। ਇਸ ਕਰਕੇ ਉਹ ਆਪਦੀ ਜਿਹੜੀ ਆ ਰਿਕਵੈਸਟ ਜਿਹੜੀ ਕਰ ਰਹੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਉਹਨਾਂ ਦੀ ਕਿੱਥੋਂ ਤੱਕ ਸੁਣੀ ਜਾਂਦੀ ਹੈ, ਕਿੱਥੋਂ ਤੱਕ ਨਹੀਂ ਸੁਣੀ ਜਾਂਦੀ। ਹਾਂ, ਮੇਰੀ ਇੱਕ ਜਿਹੜਾ ਮੇਰਾ ਆਪਣਾ ਤਜਰਬਾ ਹੈ ਕਿ ਕਾਨੂੰਨੀ ਪੱਖ ਨੂੰ ਆਪਾਂ ਛੱਡ ਵੀ ਦੇਈਏ ਤਾਂ ਜਿਹੜਾ ਧਰਮ ਦੇ ਵਿੱਚ ਸਾਡੇ ਮਜ਼ਹਬ ਦੇ ਵਿੱਚ ਇਹ ਜ਼ਰੂਰ ਹੈ ਕਿ ਭਾਵੇਂ ਕਿੰਨੀ ਵੱਡੀ ਵੀ ਕਿਸੇ ਤੋਂ ਗਲਤੀ ਹੋਵੇ, ਜੇ ਉਹ ਇੱਕ ਨਿਮਾਣਾ ਸਿੱਖ ਜਿਹਨੂੰ ਕਹਿੰਦੇ ਆ, ਨਿਮਾਣਾ ਸਿੱਖ ਬਣ ਕੇ ਤੇ ਪੰਜ ਪਿਆਰਿਆਂ ਤੋਂ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਜਾ ਕੇ ਗਲ 'ਚ ਪੱਲਾ ਪਾ ਕੇ ਮਾਫੀ ਮੰਗ ਲਵੇ ਕਿ ਮੇਰੇ ਤੋਂ ਜਿਹੜੀ ਆ ਇਹ ਜਾਣੇ ਜਾਂ ਅਣਜਾਣੇ ਦੇ ਵਿੱਚ ਗਲਤੀ ਹੋਈ ਆ ਤੇ ਮੈਨੂੰ ਜਿਹੜਾ ਵਾ ਇਸ ਗਲਤੀ ਦੀ ਜੋ ਤੁਸੀਂ ਸਜ਼ਾ ਹੋਰ ਵੀ ਦੇਣਾ ਚਾਹੁੰਦੇ ਹੋ, ਕਾਨੂੰਨ ਤੋਂ ਵੱਧ ਵੀ ਦੇਣਾ ਚਾਹੁੰਦੇ ਹੋ, ਤਾਂ ਮੈਨੂੰ ਜਿਹੜੀ ਆ ਉਹ ਸਜ਼ਾ ਤੁਸੀਂ ਜਿਹੜਾ ਵਾ ਉਹ ਦੇ ਕੇ ਤੇ ਮੈਨੂੰ ਮਾਫੀ ਕਰਕੇ ਤੇ ਮੈਨੂੰ ਜਿਹੜਾ ਦੁਬਾਰਾ ਪੰਥ ਦੇ ਵਿੱਚ ਜਿਹੜਾ ਵਾ ਸ਼ਾਮਲ ਕਰੋ। ਤੇ ਅਜੇ ਤੱਕ ਇਹੋ ਜੀ ਕੋਈ ਮੈਨੂੰ ਜਿਹੜਾ ਵਾ ਮੈਂ ਵੀ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ, ਮੈਨੂੰ ਕੋਈ ਇਹੋ ਜਿਹੀ ਪ੍ਰੈਸੀਡੈਂਟ ਜਾਂ ਇਹਨੂੰ ਉਦਾਹਰਨ ਇਹੋ ਜਿਹੀ ਮੈਨੂੰ ਨਹੀਂ ਮਿਲੀ ਜਿਹਦੇ ਵਿੱਚ ਕਿਸੇ ਨੇ ਕੋਈ ਜਿਹੜਾ ਵਾ ਉਹ ਨੈਤਿਕ ਜਾਂ ਅਦਰਵਾਈਜ਼ ਜਿਹੜਾ ਵਾ ਈਵਨ ਕਿ ਧਰਮ ਦੇ ਖਿਲਾਫ ਵੀ, ਸਿੱਖ ਧਰਮ ਦੇ ਖਿਲਾਫ ਵੀ, ਉਹਦੀਆਂ ਰਵਾਇਤਾਂ ਦੇ ਖਿਲਾਫ ਵੀ ਕੋਈ ਕੰਮ ਕੀਤਾ ਹੋਵੇ ਤੇ ਉਹਨੂੰ ਜਿਹੜਾ ਮਾਫੀ ਨਾ ਮਿਲੀ ਹੋਵੇ। ਮੈਨੂੰ ਸ਼ਾਇਦ ਹੋ ਸਕਦਾ ਮੇਰੀ 19 ਸਦੀ ਨਾ ਹੋਵੇ, ਪਰ ਸਾਡੇ ਜਿਹੜੇ ਸਰੋਤੇ ਆ ਜਾਂ ਤੁਸੀਂ ਵੀ ਹੋ ਸਕਦੇ ਕੋਈ ਇਹੋ ਜਿਹੀ ਜਿਹੜੀ ਕੋਈ ਘਟਨਾ ਜਿਹੜੀ ਆ ਉਹ ਹੋਵੇ ਜਿਹਦੇ ਵਿੱਚ ਕਿਸੇ ਦੋਸ਼ੀ ਨੂੰ ਜਿਹੜਾ ਵਾ ਉਹ ਮਾਫੀ ਨਾ ਦਿੱਤੀ ਗਈ। ਇੱਥੋਂ ਤੱਕ ਕਿ ਸੁਰਜੀਤ ਸਿੰਘ ਬਰਨਾਲਾ ਜਿਹਨੇ ਜਿਹੜੇ ਆ ਉਹ ਬਾਹਰੋਂ ਆਪਦੇ ਗੁੰਡੇ ਦਰਬਾਰ ਸਾਹਿਬ ਦੇ ਵਿੱਚ ਭੇਜੇ ਸੀ ਔਰ ਉੱਥੇ ਅਟੈਕ ਕਰਾਇਆ ਸੀ, ਇਵਨ ਪੁਲਿਸ ਵੀ ਜਿਹੜੀ ਆ ਉਹ ਕਹਿੰਦੇ ਕਿ ਜੁੱਤੀਆਂ ਪਾ ਕੇ ਦਰਬਾਰ ਸਾਹਿਬ ਦੇ ਵਿੱਚ ਗਈ ਸੀ, ਉਹਨੇ ਵੀ ਜਦੋਂ ਮਾਫੀ ਮੰਗੀ ਤਾਂ ਉਹਨੂੰ ਵੀ ਮਾਫੀ ਜਿਹੜੀ ਆ ਉਹ ਦੇ ਦਿੱਤੀ ਗਈ। ਇਸੇ ਤਰ੍ਹਾਂ ਨਾਲ ਬੂਟਾ ਸਿੰਘ ਹੈ, ਇਸੇ ਤਰ੍ਹਾਂ ਨਾਲ ਹੋਰ ਬਹੁਤ ਲੰਮੀ ਗਿਣਤੀ ਜਿਹੜੀ ਆ, ਈਵਨ ਮਾਪਾ ਚੱਲ ਪਈਏ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ, ਉਹ ਵੀ ਤਾਂ ਵੇਖੋ ਤੁਸੀਂ ਮੋਰ ਔਰ ਲੈਸ ਜਿਹੜੀ ਆ ਰਲਦੀ ਮਿਲਦੀ ਜਿਹੜੀ ਹੈ ਉਹ ਚੀਜ਼ ਸੀ। ਉਹ ਵੀ ਜਦੋਂ ਆਏ ਤਾਂ ਉਹਨਾਂ ਨੂੰ ਜਿਹੜਾ ਵਾ ਬਿਨਾਂ ਵੀ ਇੱਕ ਕੋਰੜਾ ਮਾਰਿਆ ਉਹਨਾਂ ਨੇ ਕਿਹਾ ਦੇ ਦਿਓ ਮੈਨੂੰ ਸਜ਼ਾ, ਤਾਂ ਉਹਨਾਂ ਨੂੰ ਵੀ ਸਜ਼ਾ ਦੇ ਦਿੱਤੀ ਗਈ। ਹੁਣ ਇਹ ਤਾਂ ਨਹੀਂ ਹੈ ਸਿੱਖ ਧਰਮ ਦੇ ਵਿੱਚ ਵੀ ਇੱਕ ਜੇ ਮਹਾਰਾਜਾ ਆਵੇ ਤੇ ਉਹਨੂੰ ਉਹਦੇ ਤੇ ਵੀ ਦੋਸ਼ ਜਿਹੜੇ ਆ ਇਹੋ ਜਿਹੇ ਹੋਣ ਤੇ ਉਹਨੂੰ ਤਾਂ ਮਾਫ ਕਰ ਦਿੱਤਾ ਜਾਵੇ, ਤੇ ਜਿਹੜਾ ਇੱਕ ਜਿਹੜਾ ਆਮ ਬੰਦਾ ਵਾ, ਚਲੋ ਛੋਟਾ ਐਮਐਲਏ ਹੈ, ਇੱਕ ਨਿਮਾਣਾ ਸਿੱਖ ਬਣ ਕੇ ਜਿਹੜਾ ਵਾ ਉਹ ਰਿਕਵੈਸਟ ਕਰੇ, ਬਾਰ-ਬਾਰ ਜਿਹੜੀ ਆ ਉਹ ਅਰਜ਼ ਕਰੇ ਵੀ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਜਿਹੜੀ ਸਜ਼ਾ ਦੇਣੀ ਆ ਉਹ ਦੇ ਦਿਓ ਤੇ ਮੈਨੂੰ ਮਾਫ ਕਰ ਦਿਓ। ਤੇ ਮੇਰੇ ਇਹ ਖਿਆਲ ਹੈ ਕਿ ਸਾਡੇ ਸਿੱਖ ਧਰਮ ਦਾ ਜਿਹੜਾ ਰਵਾਇਤਾਂ ਨੇ ਉਹ ਬੜੀਆਂ ਖੁੱਲੀਆਂ ਰਹੀਆਂ ਨੇ, ਕੋਈ ਤੰਗ ਨਜ਼ਰ ਜਿਹੜਾ ਵਾ ਉਹ ਇਸ਼ੂ ਨਹੀਂ ਰਿਹਾ।
ਗਲਤੀ ਦੀ ਜਿਹੜੀ ਮਾਫੀ ਹੈ ਉਹ ਮਿਲਦੀ ਰਹੀ ਹੈ। ਤੇ ਇਹ ਵੀ ਕਿਹਾ ਜਾਂਦਾ ਕਿ ਗੁਰੂ ਘਰ ਦੇ ਵਿੱਚ ਜਿਹੜਾ ਵਾ ਉਹ ਕੋਈ ਵੀ ਨਿਰਾਸ਼ਾ ਨਹੀਂ ਜਾਂਦਾ, ਭਾਵੇਂ ਉਹ ਕੋਈ ਦੁਸ਼ਮਣ ਵੀ ਹੋਵੇ ਉਹ ਵੀ ਆ ਕੇ ਕੁਝ ਮੰਗ ਲਵੇ ਤੇ ਉਹਨੂੰ ਵੀ ਜਿਹੜਾ ਵਾ ਉਹ ਬਲੈਸਿੰਗ ਜਿਹੜੀਆਂ ਆਸ਼ੀਰਵਾਦ ਜਿਹੜਾ ਵਾ ਉਹ ਦਿੱਤਾ ਜਾਂਦਾ। ਇਹ ਵੀ ਸਾਡੇ ਇਤਿਹਾਸ ਦੇ ਵਿੱਚ ਮਤਲਬ ਦਰਜ ਹੈ। ਪਰ ਸਾਹਿਬ ਇਹਦੇ ਤੋਂ ਇਲਾਵਾ ਇੱਕ ਇਸ਼ੂ ਹੋਰ ਹੈ ਕਿ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਆ ਨਵਜੋਤ ਸਿੰਘ ਸਿੱਧੂ, ਉਹਨਾਂ ਨੇ ਆਪਣੇ ਅੱਜ 4 ਸਲਾਹਕਾਰ ਨਿਯੁਕਤ ਕੀਤੇ ਆ। ਉਹਨਾਂ ਵਿੱਚ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਜਿਹੜੇ ਆ ਡਾਕਟਰ ਅਮਰ ਸਿੰਘ ਨੇ, ਡਾਕਟਰ ਪਿਆਰੇ ਲਾਲ ਗਰਗ ਨੇ, ਇੱਕ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਇੱਕ ਆਪਣੇ ਚਿੰਤਕ ਨੇ ਮਤਲਬ ਮਾਲਵਿੰਦਰ ਸਿੰਘ ਮਾਲੀ, ਪੱਤਰਕਾਰ ਰਹੇ ਪਹਿਲਾਂ ਅਧਿਆਪਕ। ਹਾਂਜੀ, ਇਹ 4 ਨਿਯੁਕਤ ਕੀਤੇ ਸਲਾਹਕਾਰ, ਇਹਨਾਂ ਨੂੰ ਕਿਵੇਂ ਦੇਖਦੇ ਹੋ? ਮੈਂ ਤੇ ਜੰਮੂ ਸਾਹਿਬ ਪੋਜ਼ਿਟਿਵ ਦੇ ਵਿੱਚ ਦੇਖਣਾ ਚਾਹੀਦਾ ਵਾ। ਜੇ ਤੁਸੀਂ ਇਹ ਚਾਰੇ ਨਾਮ ਦੇਖੋ ਨਾ, ਉਹਦੇ ਵਿੱਚ ਜਿੱਥੋਂ ਤੱਕ ਜਿਹੜਾ ਵਾ ਡਾਕਟਰ ਅਮਰ ਸਿੰਘ ਦਾ ਸੰਬੰਧ ਹੈ, ਉਹ ਬਿਊਰੋਕਰੇਟ ਰਹੇ ਨੇ ਤੇ ਕਹਿੰਦੇ ਆ ਕਿ ਬੜੇ ਨੌਲੇਜੇਬਲ। ਮੈਂ ਉਹਨਾਂ ਨੂੰ ਪਰਸਨਲੀ ਤਾਂ ਨਿੱਜੀ ਤੌਰ ਤੇ ਤਾਂ ਨਹੀਂ ਜਾਣਦਾ ਹੈ, ਪਰ ਜੋ ਸੁਣਿਆ ਕਿ ਬੜਾ ਤਜਰਬੇਕਾਰ ਤੇ ਇਮਾਨਦਾਰ ਜਿਹੜੇ ਕੁਝ ਬਿਊਰੋਕਰੇਟ ਰਹੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਨੇ। ਦੂਸਰੇ ਜਿਹੜੇ ਆ ਉਹ ਦਲਿਤ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਨੇ ਤੇ ਦਲਿਤਾਂ ਦਾ ਜਿਹੜਾ ਇਸ਼ੂ ਹੈ ਸਾਡੇ ਪੰਜਾਬ ਦੇ ਵਿੱਚ ਪਿਛਲੇ ਸਮੇਂ ਤੋਂ ਬੜਾ ਉੱਠ ਰਿਹਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਬੀਜੇਪੀ ਨੇ ਕਿਹਾ ਕਿ ਅਸੀਂ ਦਲਿਤ ਮੁੱਖ ਮੰਤਰੀ ਬਣਾਵਾਂਗੇ। ਉਸ ਤੋਂ ਬਾਅਦ ਜਿਹੜਾ ਵਾ ਕਾਂਗਰਸ ਨੇ ਕਿਹਾ ਕਿ ਅਸੀਂ ਜਿਹੜਾ ਡਿਪਟੀ ਜਿਹੜਾ ਵਾ ਚੀਫ ਮਿਨਿਸਟਰ ਉਹ ਦਲਿਤ ਬਰਾਦਰੀ ਦੇ ਵਿੱਚ। ਤੇ ਜਿੰਨੀ ਜਿਹੜੀ ਆ ਦਲਿਤ ਬਰਾਦਰੀ ਦੀ ਸਾਡੇ ਆਬਾਦੀ ਆ, ਉਸ ਆਬਾਦੀ ਦੇ ਹਿਸਾਬ ਦੇ ਨਾਲ ਇਹ ਜਿਹੜਾ ਡਾਕਟਰ ਅਮਰ ਸਿੰਘ ਹੈ ਇਹ ਬੜਾ ਫਿੱਟ ਬੈਠਦਾ ਸਾਰੇ ਕੁਝ ਨੂੰ ਸਾਹਮਣੇ ਰੱਖ ਕੇ ਕਿ ਉਹਨਾਂ ਮਸਲਿਆਂ ਦੇ ਸੰਬੰਧ ਦੇ ਵਿੱਚ ਵੀ ਤੇ ਕਿਸ ਤਰ੍ਹਾਂ ਨਾਲ ਜਿਹੜਾ ਪ੍ਰਸ਼ਾਸਨ ਨੂੰ ਠੀਕ ਤਰ੍ਹਾਂ ਦੇ ਨਾਲ ਚਲਾਉਣਾ, ਕੀ ਜਿਹੜੀਆਂ ਇਹਦੀਆਂ ਜ਼ਰੂਰਤਾਂ ਨੇ ਉਹਦੇ ਸੰਬੰਧ ਦੇ ਵਿੱਚ ਵੀ ਮੈਂ ਸਮਝਦਾ ਕਿ ਅੱਛੀ ਗੱਲ ਹੈ। ਦੂਸਰਾ ਜਿਹੜਾ ਮੁਸਤਫਾ ਦਾ ਸੰਬੰਧ ਹੈ, ਮੁਹੰਮਦ ਮੁਸਤਫਾ ਦਾ ਡੀਜੀਪੀ ਰਿਹਾ ਹੈ ਔਰ ਜੋ ਸਾਡਾ ਪੰਜਾਬ ਦਾ ਜਿਹੜਾ ਸਰਹੱਦੀ ਖੇਤਰ ਹੈ ਪਿਛਲੇ ਸਮੇਂ 'ਚ ਅਸੀਂ ਦੇਖ ਰਹੇ ਹਾਂ ਕਿ ਕਿਹੋ ਜਿਹੇ ਇਸ਼ੂ ਉੱਠ ਰਹੇ ਨੇ, ਡਰੋਨ ਜਿਹੜੇ ਆ ਰਹੇ ਨੇ, ਟਿਫਨ ਬੰਬ ਇੱਕ ਜਿਹੜਾ ਵਾ ਅੰਮ੍ਰਿਤਸਰ ਦੇ ਪਿੰਡ ਡਾਲੇਕੇ ਦੇ ਵਿੱਚੋਂ ਮਿਲਿਆ, ਹੋਰ ਜਿਹੜੇ ਆ ਡਰੱਗਸ ਵਗੈਰਾ ਜਿਹੜੇ ਆ ਉਹ ਇਧਰ ਪਾਈਪਾਂ ਦੇ ਰਾਹੀਂ ਜਾਂ ਡਰੋਨਾਂ ਦੇ ਰਾਹੀਂ ਜਿਹੜੇ ਉਹ ਸੁੱਟੇ ਜਾ ਰਹੇ ਨੇ। ਇੱਕ ਲਾਅ ਐਂਡ ਆਰਡਰ ਦੀ ਜਿਹੜੀ ਹੈ ਉਹ ਇਸ਼ੂ ਜਿਹੜਾ ਵਾ ਉਹ ਲਗਾਤਾਰ ਉੱਠਦਾ ਰਿਹਾ ਤੇ ਉਹਦੇ ਸੰਬੰਧ ਦੇ ਵਿੱਚ ਵੀ ਮੈਂ ਸਮਝਦਾ ਕਿ ਉਹ ਬੜੀ ਅੱਛੀ ਸੁਜੈਸ਼ਨ ਜਿਹੜੇ ਆ ਉਹ ਦੇ ਸਕਦੇ ਆ। ਇਸੇ ਤਰ੍ਹਾਂ ਨਾਲ ਡਾਕਟਰ ਪਿਆਰੇ ਲਾਲ ਗਰਗ ਜੋ ਸਾਡਾ ਮੈਡੀਕਲ ਸਿਸਟਮ ਹੈ ਉਹ ਬਾਬਾ। ਮੈਂ ਇੱਥੇ ਰੋਕਣਾ ਚਾਹੁੰਦਾ ਤੁਹਾਨੂੰ, ਡਾਕਟਰ ਪਿਆਰੇ ਲਾਲ ਜਿਹੜੇ ਅਗਾਂਹਵਧੂ ਤਾਕਤਾਂ ਨਾਲ ਰਹੇ ਆ, ਕੀ ਉਹ ਐਕਸੈਪਟ ਕਰ ਲੈਣਗੇ ਜਾਂ ਕੀ ਕਰਨਗੇ ਉਹ? ਮੈਂ ਆ ਰਿਹਾ, ਮੈਂ ਉਹੀ ਗੱਲ ਕਹਿਣ ਲੱਗਾ ਸੀ, ਤੁਸੀਂ ਮੇਰੇ ਜਿਹੜੇ ਮੂੰਹ ਚੋਂ ਜਿਹੜੀ ਗੱਲ ਜਿਵੇਂ ਕਹਿੰਦੇ ਉਹ ਫੜ ਲਈ। ਮੈਂ ਉਹਨਾਂ ਦੀ ਪਹਿਲਾਂ ਇੰਟਰੋਡਕਸ਼ਨ ਦੇ ਕੇ ਕਿ ਡਾਕਟਰ ਪਿਆਰੇ ਲਾਲ ਗਰਗ ਸਾਰੀ ਉਮਰ ਉਹਨਾਂ ਨੇ ਜਿਹੜਾ ਵਾ ਆਪਣੀ ਵਿਦਿਆਰਥੀ ਲਹਿਰ ਤੋਂ ਸ਼ੁਰੂ ਕਰਕੇ ਵਿਦਿਆਰਥੀ ਜੀਵਨ ਤੋਂ ਉਹਨਾਂ ਨੇ ਆਪਣਾ ਜਿਹੜਾ ਜ਼ਿੰਦਗੀ ਸ਼ੁਰੂ ਕਰਦੇ ਅਗਾਂਹਵਧੂ ਲੋਕਾਂ ਦੇ ਨਾਲ, ਜਥੇਬੰਦੀਆਂ ਦੇ ਨਾਲ, ਖਾਸ ਕਰਕੇ ਖੱਬੇ ਪੱਖੀ ਜਿਹੜੀ ਆ ਉਹਨਾਂ ਦਾ ਝੁਕਾਅ ਸਿਆਸਤ ਦੇ ਵਿੱਚ ਰਿਹਾ। ਪਰ ਉਹਦੇ ਨਾਲ ਦੀ ਨਾਲ ਹੀ ਉਹ ਬਹੁਤ ਵਧੀਆ ਡਾਕਟਰ ਰਹੇ ਨੇ। ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜਿਹੜਾ ਰਜਿਸਟਰਾਰ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਔਰ ਜਿੰਨੀ ਉੱਥੇ ਕਰਪਸ਼ਨ ਤੇ ਸਾਰਾ ਕੁਝ ਸੀ ਉਹਨੂੰ ਬੜਾ ਕੰਟਰੋਲ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਇੱਕ ਅੱਛੇ ਸਾਫ਼ ਜਿਹੜੀ ਪਰਸਨੈਲਿਟੀ ਆ। ਔਰ ਖਾਸ ਕਰਕੇ ਜਦੋਂ ਸਾਡੇ ਹੁਣ ਡਾਕਟਰਾਂ ਦੀ ਇੱਕ ਵੱਡੀ ਮੂਵਮੈਂਟ ਚੱਲ ਰਹੀ ਹੈ ਤੇ ਹੋਰ ਵੀ ਜਿਹੜੀਆਂ ਸਿਹਤ ਦੀਆਂ ਸਮੱਸਿਆਵਾਂ ਸਾਡੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਇਸ਼ੂ ਬਣਿਆ ਹੋਇਆ, ਉਹਦੇ ਸੰਬੰਧ ਦੇ ਵਿੱਚ ਵੀ ਉਹ ਅੱਛੀ ਆਪਣੀ ਅਪਰੋਚ ਬਣਾ ਕੇ ਜਿਹੜਾ ਵਾ ਉਹ ਦੇ ਸਕਦੇ। ਜਿੱਥੋਂ ਤੱਕ ਤੁਹਾਡਾ ਸਵਾਲ ਹੈ, ਇਹ ਵੇਖੋ ਮੇਰਾ ਖਿਆਲ ਹੈ ਕਿ ਨਵਜੋਤ ਸਿੱਧੂ ਜਿਹੜਾ ਵਾ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਤੇ ਮੈਂ ਇਹ ਮੰਨ ਨਹੀਂ ਸਕਦਾ ਕਿ ਉਹਨਾਂ ਨੇ ਬਿਨਾਂ ਕੰਸਲਟ ਕੀਤਿਆਂ ਇਹਨਾਂ ਸਾਰੇ ਬੰਦਿਆਂ ਨੂੰ ਇਨਕਲੂਡਿੰਗ ਡਾਕਟਰ ਪਿਆਰੇ ਲਾਲ ਗਰਗ ਕਿ ਇਹਨਾਂ ਨੂੰ ਬਿਨਾਂ ਕੰਸਲਟ ਕੀਤਿਆਂ ਉਹਨਾਂ ਦੀ ਬਿਨਾਂ ਰਾਏ ਲਿਆ ਉਹਨਾਂ ਨੂੰ ਨਿਯੁਕਤ ਕਰ ਦਿੱਤਾ ਹੋਵੇ। ਮੈਂ ਨਹੀਂ ਸਮਝਦਾ ਕਿ ਇਹੋ ਜਿਹੀ ਗੱਲ ਜਿਹੜੀ ਆ ਹੋ ਸਕਦੀ ਆ। ਹਾਂ, ਉਹਨਾਂ ਨੇ ਕੁਝ ਸ਼ਰਤਾਂ ਦੇ ਉੱਤੇ ਜ਼ਰੂਰ ਹੈ ਕਿ ਆਪਣੀ ਜਿਹੜੀ ਆ ਉਹ ਗੱਲ ਕਹੀ ਹੋਵੇ ਕਿ ਠੀਕ ਹੈ ਮੈਂ ਜਿਹੜਾ ਵਾ ਤੁਹਾਡੇ ਲਈ ਐਕਟਿਵਲੀ ਇਨਵੋਲਵ ਨਾ ਹੋਊਂਗਾ, ਪਰ ਜੋ ਮੇਰੇ ਤੋਂ ਸਮੇਂ-ਸਮੇਂ ਸਲਾਹ ਮੰਗੀ ਜਾਊਗੀ, ਜੋ ਮੈਂ ਆਪਣੇ ਤੌਰ ਦੇ ਉੱਤੇ ਤੁਹਾਨੂੰ ਕੋਈ ਕਨਸੈਪਟ ਬਣਾ ਕੇ ਹੈਲਥ ਦੇ ਵਿੱਚ ਕੁਝ ਜਿਹੜਾ ਵਾ ਉਹ ਮੈਂ ਤੁਹਾਨੂੰ ਦੇ ਸਕਦਾ ਹੋਵਾਂ ਤੇ ਮੈਂ ਕੰਟਰੀਬਿਊਟ ਜਿਹੜਾ ਵਾ ਕਰੂੰਗਾ। ਮੈਂ ਸਮਝਦਾ ਕਿ ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਉਹਨਾਂ ਦਾ ਕੋਈ ਮੁਲਾਜ਼ਮ ਬਣ ਗਿਆ, ਇੱਕ ਸਲਾਹਕਾਰ ਹੀ ਨੇ ਤੇ ਸਲਾਹ ਜਿਹੜੀ ਆ ਕੋਈ ਉਹ ਵੀ ਅੱਛੀ ਸਲਾਹ ਜੇ ਕੋਈ ਦਿੰਦਾ ਤਾਂ ਉਹ ਤਾਂ ਜਿਹੜੀ ਸਾਡੇ ਕਿਹਾ ਜਾਂਦਾ ਪੰਜਾਬ ਦੇ ਵਿੱਚ ਕਿ ਦੁਸ਼ਮਣ ਤੋਂ ਵੀ ਸਿੱਖ ਲੈਣੀ ਚਾਹੀਦੀ ਹੈ। ਜੇ ਕੋਈ ਚੰਗੀ ਸਲਾਹ ਹੋਵੇ, ਕੋਈ ਅਕਲ ਦੀ ਗੱਲ ਹੈ ਤਾਂ ਦੁਸ਼ਮਣ ਤੋਂ ਵੀ
ਸਿੱਖ ਲੈਣੀ ਚਾਹੀਦੀ। ਜੇ ਇਹਦੇ ਵਿੱਚ ਆਏ ਨੇ ਤਾਂ ਅੱਛੀ ਗੱਲ ਹੈ। ਇਸੇ ਤਰ੍ਹਾਂ ਨਾਲ ਮਾਲੀ ਸਾਹਿਬ ਨੇ ਬੜੇ ਮੂੰਹ ਫੱਟ ਵੀ ਨੇ ਉਹ, ਤੇ ਚਰਚਿਤ ਵੀ ਜਿਹੜਾ ਵਾ ਰਹੇ ਨੇ। ਆਪਣੀ ਗੱਲ ਜਿਹੜੀ ਆ ਦਿਲ ਤੋਂ ਕਹਿੰਦੇ ਨੇ, ਕਿਸੇ ਦਾ ਲੌ ਲਿਹਾਜ਼ ਨਹੀਂ ਕਰਦੇ। ਉਹਨਾਂ ਦਾ ਵੀ ਜਿਹੜਾ ਵਾ ਇਸ ਲੈਫਟ ਮੂਵਮੈਂਟ ਦੇ ਵਿੱਚ ਜਿਹੜਾ ਕਾਫੀ ਇਨਵੋਲਵਮੈਂਟ ਐਕਟਿਵਲੀ ਇੱਕ ਸਮੇਂ ਤੇ ਲਈ ਆ। PSU ਦੇ ਉਹ ਪੰਜਾਬ ਦੇ ਜਨਰਲ ਸੈਕਟਰੀ ਕਿਸੇ ਵੇਲੇ ਰਹੇ ਨੇ, ਔਰ ਉਸ ਤੋਂ ਬਾਅਦ ਜਿਹੜਾ ਵਾ ਉਹ ਬਾਦਲ ਦੇ ਨਾਲ ਵੀ ਤੇ ਟੌੜਾ ਸਾਹਿਬ ਦੇ ਨਾਲ ਵੀ ਉਹਨਾਂ ਦੇ ਸੰਬੰਧ ਹੈ, ਉਹ ਰਹੇ, ਤੇ ਕਾਂਗਰਸੀਆਂ ਦੇ ਨਾਲ ਵੀ ਰਹੇ। ਮੇਰਾ ਕਹਿਣ ਦਾ ਭਾਵ ਹੈ ਕਿ ਇੱਕ ਤਜਰਬੇਕਾਰ ਉਹ ਇਨਸਾਨ ਨੇ, ਤੇ ਇਹ ਪੋਜ਼ਿਟਿਵ ਗੱਲ ਹੀ ਹੈ ਕਿ ਜੇ ਕੋਈ ਇਮਾਨਦਾਰੀ ਦੇ ਨਾਲ ਕਿਸੇ ਤੋਂ ਕੋਈ ਰਾਏ ਲੈਣਾ ਚਾਹੁੰਦਾ ਹੋਵੇ। ਵੇਖੋ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਮੈਂ ਕਹਾਂ ਨਾ ਕਿ ਮੈਂ ਪਰਫੈਕਟ ਹਾਂ, ਹਰ ਚੀਜ਼ ਮੈਂ ਹੀ ਜਾਣਦਾ, ਤੇ ਇਹ ਜਿਹੜਾ ਬਿਲਕੁਲ ਝੂਠੀ ਗੱਲ ਹੋਊਗੀ। ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਜਿਹੜਾ ਬੰਦਾ ਹੈ ਉਹਦੀ ਆਪਣੀ ਆਪਣੀ ਸਪੈਸ਼ਲਾਈਜੇਸ਼ਨ ਹੈ, ਆਪਣੀ ਆਪਣੀ ਜਗ੍ਹਾ ਤੇ ਉਹਦਾ ਆਪਣਾ ਕੰਮ ਹੈ, ਔਰ ਇਹ ਜੋ ਉਹਨਾਂ ਸਾਰਿਆਂ ਦੀ ਜੇ ਮਦਦ ਲਈ ਜਾਵੇ, ਹੈਲਪ ਲਈ ਜਾਵੇ, ਉਹਨਾਂ ਦੀ ਕੰਟਰੀਬਿਊਸ਼ਨ ਜੇ ਲਈ ਜਾਵੇ ਇਮਾਨਦਾਰੀ ਨਾਲ, ਤੇ ਉਹਨੂੰ ਅੱਗੇ ਲਾਗੂ ਕੀਤਾ ਜਾਵੇ, ਤਾਂ ਇਹ ਬਹੁਤ ਚੰਗੀ ਗੱਲ ਨਵਜੋਤ ਸਿੱਧੂ ਤੇ ਵੀ ਹੋਏਗੀ। ਆਮ ਕਰਕੇ ਕਿਹਾ ਜਾਂਦਾ ਕਿ ਉਹ ਕਿਸੇ ਦੀ ਗੱਲ ਨਹੀਂ ਸੁਣਦਾ, ਆਪਣੀ ਜੋ ਉਹਦੇ ਦਿਮਾਗ 'ਚ ਆਉਂਦਾ ਨਾ ਉਹੀ ਘੋੜੇ ਜਿਹੜਾ ਵਾ ਉਹ ਘੁਮਾਉਂਦਾ। ਆਮ ਉਹਨਾਂ ਬਾਰੇ ਮਸ਼ਹੂਰ ਹੈ। ਪਰ ਇਹ ਜਿਹੜਾ ਸਟੈਪ ਉਹਨਾਂ ਨੇ ਲਿਆ ਵਾ, ਮੈਂ ਸਮਝਦਾ ਕਿ ਬੜਾ ਸਟੈਪ ਆ। ਦੂਜਿਆਂ ਦੀ ਗੱਲ ਸੁਣਨ ਦਾ ਜਿਹੜਾ ਉਹਨਾਂ ਨੇ ਮਾਤਾ ਰੱਖਿਆ, ਔਰ ਉਹਨਾਂ ਦੀ ਗੱਲ ਸੁਣ ਕੇ ਮੈਨੂੰ ਉਮੀਦ ਹੈ ਕਿ ਉਹਦੇ ਤੇ ਉਹ ਅਮਲ ਵੀ ਕਰਨਗੇ। ਇਹਦੇ ਨਾਲ ਉਹਨਾਂ ਦਾ ਆਪਣਾ ਵੀ, ਕਾਂਗਰਸ ਦਾ ਵੀ, ਤੇ ਪੰਜਾਬ ਦਾ ਵੀ ਜਿਹੜਾ ਵਾ ਉਹ ਫਾਇਦਾ ਹੋਏਗਾ। ਭਾਟ ਸਾਹਿਬ, ਇਹ ਸ਼ੋਅ 'ਚ ਸਾਡੇ ਨਾਲ ਜੋੜਨ ਲਈ, ਮਾਮਲੇ ਤਾਂ ਕਈ ਹੋਰ ਸੀ ਜਿਨ੍ਹਾਂ ਬਾਰੇ ਅਸੀਂ ਚਰਚਾ ਕਰਨੀ, ਸ਼ੋਅ 'ਚ ਜੋੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਅਸੀਂ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ।